हेलो दोस्तों, लास्ट ਲੈਕਚਰ ਦੇ ਵਿੱਚ ਆਪਾਂ ਤਿਕੋਣਾਂ ਦੀ ਸਰਵੰਗ ਸਮਤਾ ਬਾਰੇ ਗੱਲ ਕੀਤੀ ਸੀ। ਆਪਾਂ ਉਸ ਦੇ ਮਾਪਦੰਡਾਂ ਬਾਰੇ ਬੜੀ ਡਿਟੇਲ ਦੇ ਵਿੱਚ ਚਰਚਾ ਕੀਤੀ ਸੀ। ਇਸ ਲੈਕਚਰ ਦੇ ਵਿੱਚ ਆਪਾਂ ਉਸ ਦੀ ਲਗਾਤਾਰਤਾ 'ਚ ਅੱਗੇ ਚੱਲਦੇ ਹੋਏ ਆਪਾਂ ਕੁਐਸਚਨਾਂ ਤੇ ਗੱਲ ਕਰਾਂਗੇ ਮਾਪਦੰਡਾਂ ਦੇ ਅਕੋਰਡਿੰਗ। ਤਾਂ ਸਭ ਤੋਂ ਪਹਿਲਾਂ ਆਪਾਂ ਜੋ ਪਹਿਲਾ ਮਾਪਦੰਡ ਕੀਤਾ ਸੀ SAS ਭੁਜਾ ਕੋਣ ਭੁਜਾ। ਆਪਾਂ ਇਸ ਮਾਪਦੰਡ ਦੀ ਗੱਲ ਕੀਤੀ ਸੀ ਕਿ ਜਦੋਂ ਇੱਕ ਤਿਕੋਣ ਦੀਆਂ ਦੋ ਭੁਜਾਵਾਂ ਅਤੇ ਉਸ ਦਾ ਵਿਚਕਾਰਲਾ ਕੋਣ ਦੂਜੇ ਤਿਕੋਣ ਦੀਆਂ ਦੋ ਸੰਗਤ ਭੁਜਾਵਾਂ ਅਤੇ ਵਿਚਕਾਰਲੇ ਕੋਣ ਦੇ ਬਰਾਬਰ ਹੋਵੇ ਤਾਂ ਤਿਕੋਣਾਂ ਕੀ ਹੁੰਦੀਆਂ ਨੇ? ਸਰਵੰਗ ਸਮ ਹੁੰਦੀਆਂ ਨੇ। ਹੁਣ ਆਪਾਂ ਕੁਝ ਕੁਐਸਚਨਸ ਤੇ ਗੱਲ ਕਰਦੇ ਹਾਂ। ਤਾਂ ਸਭ ਤੋਂ ਪਹਿਲਾ ਕੁਐਸਚਨ ਹੈ, ਦੇਖੋ ਆਪਣੇ ਕੋਲੇ ਪਹਿਲੀ ਉਦਾਹਰਨ ਇੱਕ ਸ਼ਕਲ ਦਿੱਤੀ ਹੋਈ ਹੈ, ਇੱਕ ਡਾਇਗਰਾਮ ਆਪਾਂ ਨੂੰ ਦਿੱਤੀ ਹੋਈ ਹੈ। ਕਹਿੰਦੇ ਚਿੱਤਰ ਵਿੱਚ OA ਬਰਾਬਰ ਹੈ OB ਅਤੇ OD ਬਰਾਬਰ OC ਹੈ। ਇਸ ਅਕੋਰਡਿੰਗ ਆਪਾਂ ਨੂੰ ਇੱਕ ਡਾਇਗਰਾਮ ਦਿੱਤੀ ਹੋਈ ਹੈ OA B C D। ਆਹ ਆਪਣੇ ਕੋਲੇ ਇੱਕ ਡਾਇਗਰਾਮ ਮੈਂਸ਼ਨ ਕੀਤੀ ਹੋਈ ਹੈ। ਤਾਂ ਸਿੱਧ ਕਰੋ नंबर 1 त्रिकोण AOD सर्वंग सम है त्रिकोण BOC। नंबर 2 AD समांतर है BC। एक क्वेश्चन दिता होया किते ना किते जो मेरा एक्सपीरियंस है आप देखते हैं किते ना किते ज्योमेट्री औखी लगती है, पर मैं एक गल दसदा ज्योमेट्री सब तो सौखी है। कोई फार्मूला नहीं लगना, कोई जोड़ घटा नहीं करना, कोई आप आंसर नहीं कढ़ना, क्योंकि ਇਹਦੀ खासियत की होंदी है ਜਿਹੜੀ भी ਆਪਾਂ ਨੂੰ स्टेटमेंट ਦਿੱਤੀ ਹੁੰਦੀ ਹੈ ਉਹਦੇ ਵਿੱਚ ਹੀ ਤੁਹਾਡਾ आंसर है, ਉਹ 'ਚ ਹੀ ਤੁਸੀਂ ਹੱਲ ਕਰਨਾ ਹੈ। ਤੁਹਾਨੂੰ ਦਿੱਤਾ ਹੋਇਆ ਹੈ, ਸਿੱਧ ਕਰਨਾ ਹੈ। ਦੇਖੋ ਚਿੱਤਰ ਵਿੱਚ OA ਬਰਾਬਰ OB ਕਿੱਥੇ ਹੈ? ਨਿਸ਼ਾਨ ਲਾਣੇ ਸ਼ੁਰੂ ਕਰੋ। OA ਬਰਾਬਰ ਹੈ OB। ਨੰਬਰ 2 OD बराबर OC, OD बराबर OC। ਸਰਵੰਗ ਸਮਤਾ ਦੇ ਵਿੱਚ ਕੀ ਹੁੰਦਾ ਹੈ ਮੈਂ ਤੁਹਾਨੂੰ ਇੰਨੀ ਗੱਲ ਦੱਸਦਾ, ਕਿਉਂਕਿ ਆਪਾਂ ਜਿੰਨੇ ਵੀ ਸਿਧਾਂਤ ਕੀਤੇ ਨੇ, ਆਪਾਂ ਕਿਹੜੇ ਕਿਹੜੇ ਸਿਧਾਂਤ ਕੀਤੇ ਹੈ? SAS, ASA, SSS, RHS। ਆਪਾਂ ਨੂੰ ਪਤਾ ਹੈ ਇੱਕ ਤਿਕੋਣ ਦੇ 6 ਭਾਗ ਹੁੰਦੇ ਨੇ, 3 ਕੋਣ ਅਤੇ 3 ਭੁਜਾਵਾਂ, 6 ਭਾਗ ਹੁੰਦੇ ਆ। ਤੇ 6 ਦੇ ਵਿੱਚੋਂ ਇੱਥੇ ਦੇਖੋ 3 ਭਾਗ ਨੇ ਇੱਕ ਪ੍ਰੋਪਰ ਸਿਸਟਮ ਦੇ ਵਿੱਚ। 3 ਭਾਗ ਇੱਥੇ ਆ, 3 ਇੱਥੇ ਆ, 3 ਇੱਥੇ ਆ, 3 ਇੱਥੇ ਆ। ਤਾਂ 6 ਦੇ ਵਿੱਚੋਂ 3 ਆਪਾਂ ਅਗਰ ਸਿੱਧ ਕਰਦੇ ਇੱਕ ਸਿਸਟਮ ਦੇ ਵਿੱਚ ਜੋ ਆਪਣੇ ਮਾਪਦੰਡ ਨੇ, ਆਪਾਂ ਤਿਕੋਣਾਂ ਨੂੰ ਸਰਵੰਗ ਸਮ ਸਿੱਧ ਕਰ ਸਕਦੇ ਹਾਂ। ਤੇ ਇੱਕ ਹੋਰ ਖਾਸੀਅਤ, 3 ਦੇ ਵਿੱਚੋਂ 2 ਤੁਹਾਨੂੰ ਦਿੱਤੇ ਹੋਣਗੇ। ਜ਼ਿਆਦਾਤਰ ਕੁਐਸਚਨਾਂ 'ਚ ਕੀ ਹੁੰਦਾ ਹੈ, ਉਹ 3 ਦੇ ਵਿੱਚੋਂ 2 ਆਪਾਂ ਨੂੰ ਦਿੱਤੇ ਹੁੰਦੇ ਨੇ। ਤਾਂ ਕੀ ਰੌਲਾ ਰਹਿ ਗਿਆ? ਇਕੱਲੇ ਤੀਜੇ ਦਾ ਰੌਲਾ ਰਹਿ ਗਿਆ। ਤਾਂ ਤੀਜਾ ਕੀ ਹੋ ਸਕਦਾ ਹੈ? ਸਿਖਰ ਸਨਮੁਖ ਕੋਣ। ਜਦੋਂ 2 ਸਮਾਂਤਰ 2 ਰੇਖਾਵਾਂ ਕੱਟਦੀਆਂ ਨੇ, ਆਪਾਂ ਨੂੰ ਪਤਾ ਸਿਖਰ ਸਨਮੁਖ ਕੋਣ ਕੀ ਹੁੰਦੇ ਨੇ? ਬਰਾਬਰ ਹੁੰਦੇ ਆ। ਕੋਈ ਸਮਾਂਤਰ ਰੇਖਾਵਾਂ ਦਾ ਦਿਗਾ ਦੇਤਾ ਸੰਗਤ ਕੋਣ, ਇਕਾਂਤਰ ਕੋਣ। ਤਾਂ ਇਸ ਤਰੀਕੇ ਦੇ ਨਾਲ ਆਪਣੇ ਕੋਲ ਤੀਜੀ ਸ਼ਰਤ ਇਸ ਅਕੋਰਡਿੰਗ ਬਣਨੀ ਹੈ। ਆਓ ਦੇਖੀਏ ਕਿਵੇਂ ਹੱਲ ਕਰਨਾ ਹੈ। ਸਿੱਧ ਕੀ ਕਰਨਾ ਹੈ? ਆ ਸਿੱਧ ਕਰਨਾ ਹੈ। ਜੀ ਦੇਖੋ ਦਿੱਤਾ ਵੀ ਇਹਦੇ ਵਿੱਚ ਹੈ, ਸਿੱਧ ਵੀ ਇਹਦੇ ਵਿੱਚ ਕਰਨਾ ਹੈ। 3 ਸ਼ਰਤਾਂ ਸਿਸਟਮ ਦੇ ਵਿੱਚ ਚਾਹੀਦੀਆਂ, 2 ਦਿੱਤੀਆਂ ਹੋਈਆਂ, ਤੀਜੀ ਆਪਾਂ ਲਿਖਣੀ ਹੈ। ਸਿਰਫ ਇੱਕ ਲਾਈਨ ਆਪਾਂ ਆਪਣੇ ਕੰਨਿਓ ਲਿਖਣੀ ਹੈ, ਬਾਕੀ ਸਾਰਾ ਤੁਸੀਂ ਦਿੱਤਾ ਹੋਇਆ ਇੱਕ ਸਿਸਟਮ ਦੇ ਵਿੱਚ ਲਿਖਣਾ ਹੈ। ਕਿਵੇਂ? ਜੋ ਸਿੱਧ ਕਰਨਾ ਹੈ ਉਹ ਲੈ ਕੇ ਚੱਲੋ। ਤਿਕੋਣ AOD ਅਤੇ ਤਿਕੋਣ BOC ਵਿੱਚ, AOD ਅਤੇ BOC ਵਿੱਚ OA ਬਰਾਬਰ OB ਆ ਦੇ ਰੱਖਿਆ। ਦੇਖੋ OA ਬਰਾਬਰ OB, OD ਬਰਾਬਰ OC ਇਹ ਦੇ ਰੱਖਿਆ। 2 ਸ਼ਰਤਾਂ ਆਪਾਂ ਨੂੰ ਦੇਤੀਆਂ ਨਾ। ਤੀਸਰਾ ਕੀ ਹੋ ਗਿਆ? ਇੱਥੇ ਕਾਟਵੀਆਂ ਰੇਖਾਵਾਂ ਆ ਆਪਸ ਵਿੱਚ ਕੋਣ ਕੀ ਹੋਣਗੇ? ਬਰਾਬਰ। ਕਿਉਂ? ਸਿਖਰ ਸਨਮੁਖ ਕੋਣ। ਨੰਬਰ 1। ਨੰਬਰ 2 ਕੋਣ 1 ਬਰਾਬਰ ਕੋਣ 2 शिखर
सन्मुख कोण। सिर्फ तीजी शर्त आप अपने कन्ने लिखी है तो तिकोना फिर की हो गया सर्वंग सम SAS। देखो दो भुजावां दे विच एक कोण आ गया। पहली शर्त ए जो सिद्ध करना है उथों लिता है, आ दे रखिया आ दे रखिया। आह एक शर्त आप अपने कन्ने लिखनी है, वो थोड़ा मैं दस्या है शिखर सन्मुख कौन हो सकता है, कोई जो समांतर रेखावां आ गई संगत एकांतर कौन हो सकते हैं, या कौन साझा हो सकता है, भुजा साझी हो सकती है। तिकोना की हो गया सर्वांग सम। पहली शर्त देखो आप कर ली। दूसरी ते जदों पहली शर्त होगी ना, दूजा हिस्सा जो इहदा CPCT है संगत भाग ने उन्हां तो बनूगा। यह सीधी गल याद रखनी है तुसीं। पहला भाग हो गया, हुण दूसरा। जदों तिकोना सर्वंग सम किहड़े किहड़े हिस्से बराबर ने। देखो आप समांतर सिद्ध करना है, हुण समांतर सिद्ध करना है ना, तो समांतर का मतलब की हो गया, आप एकांतर नूं सिद्ध कर दईए या संगत नूं सिद्ध कर दईए। तो इत्थे देखो आ कोण इहदे बराबर हो गया कि नहीं हो गया? किवें होया मैं दसदा। OA बराबर OB, तो OA दे सामने वाला कोण लास्ट लेक्चर देखो OB दे सामने वाला कोण आपस च बराबर हो गए। तो यदा मतलब C बराबर है D, OD बराबर OC, तो OD दे सामने वाला कोण ते OC दे सामने वाला कोण की हो गए बराबर। तो तुसी कोई भी एक जोड़ा ले लो, मैं पहले तो लिख लेना या दूजे तो। OA दे सामने कोण की हो गया D, OB दे सामने कोण की हो गया C। एक ही बन गया CPTC सर्वंग सम तिकोना दे संगत भाग। ते जे D बराबर है C, तो ध्यान नाल देखो इन्हां दोवां रेखावां दे लई की ने इह एकांतर कोण है। AD अते BC लई एकांतर कोण हन, ते इस लई AD समांतर BC। तो कुछ किता की है मैं सिर्फ एक शर्त नूं अपने कन्नियों लिखिया है, ते बाकी सारा सिस्टम की आ गया ओमे दा ओमे ही आ गया। आपां होर अगे क्वेश्चन की गल करते हैं, होर डिटेल समझाने इस चीज़ से। अगली एग्जाम्पल आ गई, एक होर क्वेश्चन की गल करते हैं अगले ते। क्वेश्चन की कह रहा है या एग्जाम्पल की कह रही है, चतुर्भुज ACBD विच AC बराबर AD अते AB कोण A नूं समदुभाजित करती है। सिद्ध करो नंबर 1, त्रिकोण ABC सर्वांग सम है ABD। नंबर 2, BC बराबर है BD। आपां नूं स्टेटमेंट दिती है ते डायग्राम है। ये आपां नूं डायग्राम दिती है, तो जिहड़ी गल मैं की है स्टेटमेंट की दिता होया है, स्टार्ट करते हैं। चतुर्भुज ACBD विच AC बराबर है AD, पहला गल यही दे रखे। दूसरा AB कोण A नूं समदोभाजित। समदोभाजित का मतलब की हुंदा है? दो बराबर भाग। सम दो, मैनू तोड़ रहा, भाजित बराबर दो भाग। तो यदा मतलब की हो गया, समदोभाजित का मतलब दो बराबर भागों के विच वंडना। तो जिहड़ा AB है कोण A नूं दो बराबर हिस्सों च वंड रहा है। बराबर का मतलब आ कोण इहदे बराबर हो गया, उरे आपां नाम लिख लैंदे आ, कोण एक बराबर है कोण दो। दूजी लाइन होगी, मैं तुहानूं की कहा सी, दो शर्तां तुहानूं दित्तियां होईयां ने, तुसीं देखणीआं ने। सिद्ध की करना है, आ दो तिकोना करो शुरू। त्रिकोण ABC अते त्रिकोण ABD विच ABC उपरली त्रिकोण ABD की दिता होया? पहला देखो, पहली शर्त AC बराबर AD,
दूजी ए बी समदोभाजित करती है तो मतलब की हो गया कोण एक बराबर है कोण दो। ए दिता होया है। तीजी शर्त देखते हैं, एक आप आ त्रिकोण लई है, एक आ त्रिकोण लई है। तीजी शर्त देखो, आ जिहड़ी भुजा है दोहां दे विच की आ गई, चैक करके देखो की आ गई, दोहां दे विच सांझी आ गई, तो इसका मतलब ए बी की हो गया सांझा। त्रिकोणा सर्वंग सम, ए बी सी सर्वंग सम ए बी डी हो गया काम। केड़ी शर्त होगी देखो, भुजा भुजा ते कोण, सिद्धांत केड़ा हो गया, मापदंड केड़ा हो गया एस ए एस। नंबर 2 हुण आह बी सी ते बी डी, आपां भुजा सिद्ध करनी है ना, तो भुजा किहदे सामने होगी कोण दे, एक बराबर है 2। ਇਹਦੇ ਸਾਹਮਣੇ आ गया, ਇਹਦੇ ਸਾਹਮਣੇ आ गया। ਜਦੋਂ ਆ ਦੋਨੇ ਕੋਣ ਬਰਾਬਰ ਹੈ ਤਾਂ ਇਹਦੇ ਸਨਮੁਖ ਜਿਹੜੇ ਸੰਗਤ ਹਿੱਸੇ ਵੀ ਕੀ ਹੋਣਗੇ, ਆਪਸ 'ਚ ਬਰਾਬਰ ਹੋਣਗੇ। ਕਿਉਂ? CPCT ਸਰਵੰਗ ਸਮ ਤਿਕੋਣਾਂ ਦੇ ਸੰਗਤ ਭਾਗ। ਤਾਂ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਕਰਨਾ ਹੈ ਕਿ ਸਾਰਾ ਕੁਝ ਤੁਹਾਨੂੰ ਦਿੱਤਾ ਹੋਇਆ ਹੈ, दो शर्तां 3 भागों चो तुहानूं दित्तियां होईयां, एक शर्त आपां लिखनी है, वो किहड़ी हो सकती है, कोई शिखर सन्मुख आ गई, कोई सांझा आ गया, आपां सिर्फ उस ते गल करनी है। अगले क्वेश्चन ते आपां गल करदे हां। क्वेश्चन की कह रहा है, ए बी एक रेखाखंड है अते रेखा एल, ए बी एक की है रेखाखंड है ਅਤੇ रेखा L इस दा लंब समदुभाजक है जेकर बिंदु P L उत्ते स्थित होवे, L उत्ते स्थित होवे तो सिद्ध करो पी ए बराबर पी बी। डायग्राम अपने को हैगी है, ए बी एक रेखाखंड है, एल इस दा एक लंब समदुभाजक है ते पी एक उपर स्थित है। इत्थे आपां एक नाम देता सी। हल सब तो पहला की दिता होया है आपां गल करदे हां। हाँ जी, ए बी रेखाखंड है, ठीक है। रेखा एल इस दा लंब समदुभाजक, देखो दो चीज़ां ने, लंब दो चीज़ां ने। लंब का मतलब 90 डिग्री का कोण, तो इसका मतलब आ कोण इहदे बराबर हो गया। तुसी कोई भी नाम दे सकते हो, एक दो आप तां लिखते हैं पूरे नेम के नालों कि आप सौखा बन जाए। तुसी पूरा नाम लिखना, पूरा नाम लिख लो तां भी कोई दिक्कत नहीं हैगी। समदुभाजक का मतलब जिहड़ी एल रेखा है इहनूं दो हिस्सों च वंड रही है। हाँ देखो, लंब का मतलब कोण 90 का बन रहा जिथे वो कट रहे हैं, समदुभाजक का मतलब वो उन्होंने दो बराबर हिस्सों के विच कट रही है। तो फिर आपां नूं की देता एक लाइन दे विच, आ दोने 90 देते, आ हिस्सा देखो दो शर्तां देतियां जिहड़ी मैं गल कीती सी। देखो यह फर्क ही पै गया, इत्थे इन्होंने मैथ की भाषा दे विच लिखिआ है, वो तुसीं देखना है कि वो तुहानूं भाषा किवें आउंदी। तां मेरी कोशिश है मैं उन्होंने कल्ली कल्ली तां ही समझा रहा कि अगर इस भाषा च आ गया तो यदा मतलब हो गया 90 का कोण, यदा मतलब हो गया ये दो हिस्सों च वंडदी है। हल किहड़ियां दो त्रिकोणां ने, एक खब्बे पासे एक सज्जे पासे। त्रिकोण ACP अते त्रिकोण BCP विच, देखो ACP खब्बे पासे, दूजी आ होगी BCP। की दिता होया, कोण एक बराबर कोण दो, क्यों 90 है। इत्थे निशान का देखो, निशान का फायदा कितना है कि आपां नूं ज़्यादा देखने की लोड़ नहीं, आपां सीधा लिख सकते हैं AC बराबर है CB, क्योंकि आपां नूं लंब समदुभाजक दिता होया। तो हुण आपां एक आ त्रिकोण लई है, एक आ त्रिकोण लई है, तो तीजा हिस्सा आ भुजा देखो, ये भुजा की आ गई दोहां दे विच आ गई, PC या CP जो तुहाडा मन है,
पीसी हो गई सांझी, तिकोना हो गई सर्वंग सम। किहड़ी शर्त लग गई? भुजा भुजा दे विच कौन है? एस ए एस। सिद्धांत किहड़ा लग गया अपने कोले? एस ए एस का। तो जो तिकोना सर्वंग सम हो गई आपां की सिद्ध करना? पी ए। तो ये कोण देखो किहड़े पे? एक दे सामने आ गया पी ए, दो दे सामने आ गया बी। अगर एक ते दो बराबर ने तिकोण दे विच, तिकोना दे विच, तां जिहड़े उन्हां दे सामने उहदे संगत हिस्से भी की होणगे? बराबर होणगे। क्यों होणगे? सी पी सी टी सर्वंग सम तिकोना दे संगत भाग। तो देखो इस तरीके दे नाल आपां क्वेश्चन करना है। मैं बार बार इको गल कह रहा, आपां सिर्फ इहदी स्टेटमेंट पढ़ना सीखनी है कि इहदी स्टेटमेंट दे विच की दिता होया। नैक्सट क्वेश्चन ते गल करते हैं। ए बी सी डी एक चतुर्भुज है। मैं जो क्वेश्चन कर रहा, क्वेश्चन अपने बुक दे ही ने, पर मैं मापदंडा के अकॉर्डिंग कर रहा, मतलब एक सिस्टम दे विच कर रहा, ना कि बुक दे विच किवें सीरियल वाइज है, ताकि तुहानूं जल्दी समझ आ जाए। ए बी सी डी एक चतुर्भुज है जिस विच ए डी बराबर बी सी अते कोण डी ए बी बराबर है कोण सी बी ए। सिद्ध करो नंबर 1 त्रिकोण ए बी डी सर्वंग सम है बी ए सी। नंबर 2 बी डी बराबर ए सी। नंबर 3 कोण ए बी डी बराबर कोण बी ए सी। डायग्राम की दित्ती आपां नूं? आ डायग्राम है अपने को ए बी सी डी। आपां नूं क्वेश्चन दिता होया है। हुण करना किवें है? पहला की करांगे? स्टेटमेंट पढ़ांगे। की दिता होया? ए बी सी डी एक चतुर्भुज है जिस विच ए डी बराबर है बी सी अते कोण डी ए बी, डी ए बी कोण आपां नूं पता है विचाले पॉइंट ते बनदा है, अते सी बी ए, सी बी ए। दो शर्तां बराबर हो गईयां। तीसरी आपां लभांगे, विच पई है। सिद्ध की करना है? जो सिद्ध करना है आपां तिकोना लैके चलते हैं। त्रिकोण ए बी डी अते त्रिकोण बी ए सी विच। हुण मैं तुहानूं एक चीज़ दसदा, इदों पहलां आपां जिहड़े भी क्वेश्चन कीते सी वो क्वेश्चनां दी खासियत की सी? ਉਹਦੇ ਵਿੱਚ ਦੋਨੇ ਤਿਕੋਨਾ ਅਲੱਗ-ਅਲੱਗ ਥਾਵਾਂ ਤੇ ਸੀ, ਮਤਲਬ ਅਲੱਗ-ਅਲੱਗ ਸੈਪਰੇਟ ਪਈਆਂ ਸੀ। ਬੜੇ ਆਸਾਨੀ ਨਾਲ ਆਪਾਂ ਦੇਖ ਲੈਂਦੇ। ਆਪਣੇ ਕੋਲੇ ਦੇਖੋ ਇਸ ਟਾਈਪ 'ਚ ਡਾਇਗਰਾਮਾਂ ਸੀ ਲਗਭਗ, ਕਿ ਬੜੀ ਆਸਾਨੀ ਦੇ ਨਾਲ ਆਪਾਂ ਕੀਤਾ। ਜਾਂ ਆਪਾਂ ਆਹ ਕੁਐਸਚਨ ਕੀਤਾ ਸੀ ਇੱਕ, ਕਿ ਦੋ ਤਿਕੋਨਾ ਅਲੱਗ-ਅਲੱਗ ਪਈਆਂ ਸੀ, ਪਰੰਤੂ ਇੱਥੇ ਮਿਕਸ ਆ ਗਈਆਂ। ਮਿਕਸ ਆ ਗਈਆਂ ਨਾ, ਤਾਂ ਕੀ ਕਰਾਂਗੇ ਆਪਾਂ? ਕੁਐਸਚਨ ਨੂੰ ਸੌਖਾ ਬਣਾਉਣ ਦੇ ਲਈ ਜੋ ਜੋ ਤਿਕੋਨਾ ਚਾਹੀਦਾ ਮੈਂ ਉਹਨੂੰ ਬ੍ਰੇਕ ਕਰ ਰਿਹਾ, ਅਲੱਗ-ਅਲੱਗ ਕਰ ਰਿਹਾ। ਤਿਕੋਣ ਏ ਬੀ ਡੀ ਆ ਰਹੀ, ਆਪਾਂ ਇਹਨੂੰ ਅਲੱਗ-ਅਲੱਗ ਕਰ ਰਹੇ ਹਾਂ। ਏ बी डी जिमें निशान है देखो मैं उवें लिख रहा। ए डी ते एक कोण इस ते, ताकि अपन पता लग जाए किहड़ा किहदे बराबर है, अपन नूं दिक्कत ना आवे। दूसरा बी ए सी, बी ए सी, बी ए सी, बी सी आ गया। ये दो हो गया ना। तो दो शर्त अपन नूं देतियां, ए डी बराबर बी सी अते कोण डी ए बी बराबर कोण सी बी ए। देखो हम ध्यान नाल अलग अलग करन च एक तो त्रिकोण होगी, शेड कर रहा मैं, समझ आ जाए बी ए डी। दूजा आ हो गया है ना। दोहां दे विच की साझा पिया? ध्यान नाल देखो, कोई भुजा साझी पई है, आ पई, नाम देखो ए बी। जिहड़ा आ हिस्सा है ये दोहां दे विच आ रहा है, तो ए बी की हो गया? साझा। तिकोना हो गया सर्वांग सम। जो दो साझा हो गया तिकोना की हो गया? सर्वांग सम। सिद्धांत केड़ा बन गया?
एस ए एस, पहला स्टैप खत्म। तो बी डी ते ए सी ਉਹਦੇ ਕੀ ਹੋਣਗੇ सब पार्ट। ਇੱਥੋਂ ही चेक कर लेने ਆਪਾਂ नाम पवा, देखो बी डी किहदे बराबर, क्योंकि ਆਪਾਂ नाम दे रखे है। बी डी ते ए सी ਇਹਦੇ ਕੀ ਹੋ ਗਏ संगत हिस्से, ਤੇ कोण भी ਇਹਦੇ ਕੀ ਹੋ ਗਏ संगत हिस्से। ਤਾਂ ਆਪਣਾ ਦੇਖੋ ਸਿੱਧਾ ਪਹਿਲਾ ਮੇਨ ਕੰਮ ਕੀ ਕੀਤਾ ਆਪਾਂ ਸਿਰਫ ਤਿਕੋਣਾ ਸਰਵੰਗ ਸਮ ਕੀਤੀਆਂ, ਬਾਕੀ ਤਾਂ ਉਹਦੇ ਜਿਹੜੇ CPCT ਬਣਨਗੇ ਸੰਗਤ ਭਾਗ ਬਣਨਗੇ। ਤਾਂ ਕੁਐਸਚਨ 'ਚ ਆ ਵੀ ਦੇ ਰੱਖਿਆ, ਆ ਵੀ ਦੇ ਰੱਖਿਆ, ਸਿਰਫ ਇੱਕ ਆਪਾਂ ਆ ਲੱਭਿਆ, ਆ ਉਹ ਆਪਾਂ ਕਰਨਾ ਹੈ। ਤਾਂ ਆਪਾਂ ਕੁਝ ਵੀ ਨਹੀਂ ਕੀਤਾ, ਸਿਰਫ ਮੈਂ ਇੱਕ ਸਟੈਪ ਇੰਟਰੋਡਿਊਸ ਕੀਤਾ ਹੈ, ਬਾਕੀ ਆਪਣਾ ਸਾਰਾ ਟੌਪਿਕ ਐਜ਼ ਇਟ ਇਜ਼। ਤਾਂ ਇਹ ਆਪਾਂ ਸਰਵੰਗ ਸਮਤਾ ਦੇ ਕੁਐਸਚਨਾਂ ਦੇ ਇਸ ਅਕੋਰਡਿੰਗ ਗੱਲ ਕਰਨੀ ਹੈ ਕਿ ਤੁਸੀਂ ਪਹਿਲਾਂ ਸਟੇਟਮੈਂਟ ਨੂੰ ਧਿਆਨ ਨਾਲ ਪੜ੍ਹਨਾ ਹੈ, ਉਸ 'ਚ ਆਪਾਂ ਦੇਖਾਂਗੇ ਕਿ ਆਪਾਂ ਨੂੰ ਕੀ ਦਿੱਤਾ ਹੋਇਆ ਅਤੇ ਕੀ ਨਹੀਂ ਦਿੱਤਾ ਹੋਇਆ। ਇੱਕ ਐਗਜ਼ਾਮਪਲ ਰੇਖਾਵਾਂ L ਅਤੇ M, ਦੋ ਸਮਾਂਤਰ ਰੇਖਾਵਾਂ L ਅਤੇ M ਇੱਕ ਹੋਰ ਸਮਾਂਤਰ ਰੇਖਾਵਾਂ ਦੇ ਜੋੜੇ P ਅਤੇ Q ਦੁਆਰਾ ਕੱਟੀਆਂ ਜਾਂਦੀਆਂ ਹਨ। ਆਪਾਂ ਨੂੰ ਇਸ ਕੁਐਸਚਨ ਦੀ ਡਾਇਗਰਾਮ ਅਲੱਗ ਦਿੱਤੀ ਹੋਈ ਹੈ। ਤਾਂ ਸਿੱਧ ਕਰੋ त्रिकोण ABC सर्वांग सम है CDA। जो डायग्राम है L ते M दो समांतर रेखावां ने, P ਤੇ Q ਉਹਨਾਂ ਨੂੰ ਆਪਸ ਦੇ ਵਿੱਚ ਕੱਟ ਰਹੀਆਂ ਹਨ, ਤੇ ਜਿਹੜੇ ਆ ਚਾਰ ਪੁਆਇੰਟ ਰੇ ਆਪਸ ਜਿਹੜੇ ਕੱਟ ਰਹੇ ਨੇ ਉਹਨਾਂ ਦੇ ਨਾਮ ਦੇ ਰੱਖੇ ਨੇ A B C ਤੇ D। ਹੁਣ ਆਪਾਂ ਦੇਖੋ ਆ ਦੇ ਰੱਖਿਆ ਹੈ, ਕੀ ਦਿੱਤਾ ਹੋਇਆ ਆਪਾਂ ਨੂੰ, ਆ ਇਹਦੇ ਸਮਾਂਤਰ ਹੈ, ਆ ਇਹਦੇ ਸਮਾਂਤਰ ਹੈ, ਤੀਰ ਦਾ ਨਿਸ਼ਾਨ ਹੁੰਦਾ ਜੋ ਸਮਾਂਤਰ ਦਾ ਹੁੰਦਾ ਹੈ। ਤਾਂ ਸਮਾਂਤਰ ਰੇਖਾਵਾਂ ਵਿਚਕਾਰ ਜਦੋਂ ਚਤੁਰਭੁਜ ਬਣਦੀ ਹੈ, ਦੇਖੋ ਇੱਥੇ ਚਤੁਰਭੁਜ ਬਣ ਚੁੱਕੀ ਹੈ ABCD, ਤਾਂ ਉਹ ਹਮੇਸ਼ਾ ਕਿਹੜੀ ਹੁੰਦੀ ਹੈ, ਦੇਖੋ ਆ ਜੋੜਾ ਇਹਦੇ ਸਮਾਂਤਰ ਹੈ, ਆ ਇਹਦੇ ਸਮਾਂਤਰ ਹੈ, ਤਾਂ ਸਨਮੁਖ ਜੋੜੇ ਆਪਸ ਦੇ ਵਿੱਚ ਕੀ ਹੋ ਗਏ ਸਮਾਂਤਰ ਹੋ ਗਏ। ਤਾਂ ਇਸ ਲਈ ਜਿਹੜੀ ABCD ਹੋ ਗਈ ਉਹ ਕਿਹੜੀ ਚਤੁਰਭੁਜ ਹੋ ਗਈ, ਇੱਕ ਸਮਾਂਤਰ ਚਤੁਰਭੁਜ ਹੈ। ਸਮਾਂਤਰ ਚਤੁਰਭੁਜ ਬਣ ਗਈ ਨਾ। ਤੇ 8ਵੀਂ ਕਲਾਸ ਦੇ ਵਿੱਚ ਆਪਾਂ ਸਮਾਂਤਰ ਚਤੁਰਭੁਜ ਬੜੇ ਬੜੀ ਡਿਟੇਲ 'ਚ ਗੱਲ ਕੀਤੀ ਹੋਈ ਹੈ ਕਿ ਜਦੋਂ ਇੱਕ ਸਮਾਂਤਰ ਚਤੁਰਭੁਜ ਹੁੰਦੀ ਹੈ ਤਾਂ ਉਹਦੀ ਖਾਸੀਅਤ ਕੀ ਹੁੰਦੀ ਹੈ, ਉਹਦੇ ਆਮਨੇ ਸਾਹਮਣੇ ਵਾਲੀਆਂ ਭੁਜਾਵਾਂ ਕੀ ਹੁੰਦੀਆਂ ਨੇ, ਬਰਾਬਰ ਹੁੰਦੀਆਂ ਨੇ। ਮਤਲਬ AD ਕਿਹਦੇ ਬਰਾਬਰ ਆ ਗਿਆ, BC ਦੇ, AB ਕਿਹਦੇ ਬਰਾਬਰ ਆ ਗਿਆ, CD ਦੇ। ਜਿਹੜਾ ਇਹ ਕੁਐਸਚਨ ਹੈ ਨਾ, ਇਹ ਆਪਾਂ ਜਿੰਨੇ ਆਪਾਂ ਸਿਧਾਂਤ ਕੀਤੇ ਆ ਮੇਨ SSS SAS ASA, ਇਹ ਆਪਾਂ ਹਰੇਕ ਸਿਧਾਂਤ ਦੇ ਨਾਲ ਕਰ ਸਕਦੇ ਹਾਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਤੇ ਫਿਲਹਾਲ ਆਪਾਂ ਕਿਉਂਕਿ ਗੱਲ ਕਰ ਰਹੇ ਹਾਂ SAS ਦੀ, ਤਾਂ ਮੈਂ ਇਹਨੂੰ SAS ਨਾਲ ਕਰੂੰਗਾ। ਤੇ ਦੇਖੋ ਜਿਹੜਾ AC ਵਿਕਰਨ ਆ ਗਿਆ, ਇਹ ਦੋਹਾਂ ਦੇ ਵਿੱਚ ਕੀ ਆ ਗਿਆ, ਸਾਂਝਾ ਆ ਗਿਆ। ਹੁਣ ਆਪਾਂ ਨੂੰ ਜੋ ਦੋ ਤਿਕੋਣਾਂ ਚਾਹੀਦੀਆਂ ਨੇ, ਕਿਹੜੀਆਂ ਚਾਹੀਦੀਆਂ ਨੇ, ABC ਅਤੇ ਤਿਕੋਣ CDA ਵਿੱਚ, ABC ਅਤੇ CDA। ਇੱਕ ਸਭ ਤੋਂ ਇੰਪੋਰਟੈਂਟ ਗੱਲ ਯਾਦ ਰੱਖਣੀ ਹੈ, ਮੈਂ ਹੁਣ ਇੱਥੇ ਡਿਸਕਸ ਕਰ ਰਿਹਾ। ਨਾਰਮਲ ਆਪਣੀ ਆਦਤ ਕੀ ਹੁੰਦੀ ਹੈ, ਜਿਹੜੀ ਉੱਪਰਲੇ ਤਿਕੋਣ ਹੁੰਦੀ ਆ ਆਪਾਂ ਉਹਦੀਆਂ ਭੁਜਾਵਾਂ ਪਹਿਲਾਂ ਲਿਖਾਂਗੇ। ਕਹਿਣ ਦਾ ਮਤਲਬ ਤੁਸੀਂ AD ਬਰਾਬਰ BC ਲਿਖੋਗੇ, ਆਪਣੀ ਆਦਤ ਹੈ ਲਿਖਣ ਦੀ ਹੈ। ਆਪਾਂ ਉੱਪਰਲੇ ਤਿਕੋਣ ਨੂੰ ਪਹਿਲਾਂ ਲਿਖਦੇ ਹੁੰਦੇ ਆ। ਲੇਕਿਨ ਇੱਕ ਇੰਪੋਰਟੈਂਟ ਚੀਜ਼ ਪਤਾ ਕੀ ਹੈ, ਜਿਹੜੀ ਤਿਕੋਣ ਪਹਿਲੇ ਨੰਬਰ ਤੇ ਹੈ ਉਸੇ ਦੀਆਂ ਭੁਜਾਵਾਂ ਤੇ ਜਿਹੜੇ ਕੋਣ ਹੈ ਉਹ ਪਹਿਲੇ ਨੰਬਰ ਤੇ ਹੋਣੇ ਚਾਹੀਦੇ। ਇਹ ਬੜੀ ਇੰਪੋਰਟੈਂਟ ਇਹਦਾ ਪੁਆਇੰਟ ਹੈ। ਹੁਣ ABC ਕਿਹੜੀ ਨਿਚਲੀ ਤਿਕੋਣ ਹੈ, ਨਿਚਲੀ ਹੈ ਨਾ, ਤਾਂ ਆਪਾਂ ਨੀਚੇ ਪਹਿਲਾਂ ਨਿਚਲਾ ਲਿਖਾਂਗੇ। ਦੇਖੋ ਤਾਂ BC ਇੱਥੇ ਪਹਿਲਾਂ ਆਊਗਾ, AD ਬਾਅਦ ਚ ਆਊਗਾ। ਇਸ ਗੱਲ ਦਾ ਬਹੁਤ ਧਿਆਨ ਰੱਖਣਾ ਹੈ। ਜੋ ਤਿਕੋਣ ਆਪਾਂ ਪਹਿਲੇ ਨੰਬਰ ਤੇ ਲਈ ਹੈ ਜਾਂ ਖੱਬੇ ਹੱਥ ਲਈ ਹੈ, ਉਸੇ ਦੀਆਂ ਭੁਜਾਵਾਂ ਅਤੇ ਉਸੇ ਦੇ ਕੋਣ ਵੀ ਖੱਬੇ ਹੱਥ ਹੀ ਆਣਗੇ। BC ਬਰਾਬਰ ਹੈ AD। ਠੀਕ, AC ਦੋਹਾਂ ਦੇ ਵਿੱਚ ਆ ਗਿਆ, AC ਕੀ ਹੋ ਗਿਆ, ਸਾਂਝਾ। ਹੁਣ ਜੇ ਤਾਂ ਮੈਂ ਤੀਜੀ ਭੁਜਾ ਲਵਾਂਗਾ ਤਾਂ ਦੇਖੋ SSS ਹੋ ਜਾਊਗਾ। ਆਪਾਂ ਸਰਵੰਗ ਸਮ ਹੋ ਗਿਆ,
कोई दिक्कत वाली गल नहीं। तुसी तीजी भुजा लिख के किहड़ी रह गई ए बी बराबर है सी डी एस 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 दे नाल की हो गया तिकोना सर्वांग सम। मैं दोनों चीज़ां नाल करवा रहा देखो थोनों ए बी बराबर सी डी ठीक तो तिकोना हो गया सर्वांग सम। ये अपना तिन्ने भुजावां दा सिद्धांत आ गया। परंतु होर देखो इनू आपां किवें कर सकते हैं क्योंकि आ रेखा ते आ रेखा समांतर है तो आपां नूं पता है फिर आ कोण भी आपस की होणगे बराबर Z शेप च आ गए तो Z शेप च किहड़े कोण हुंदे ने एकांतर कोण हुंदे आ। तां फर्क ही पै गया इहदी जगह ते। सिर्फ मैं चेंज थोड़ा जिहा कर रहा ताकि तुहानूं पता लग जाए एक एक चेंज दे नाल क्वेश्चन दे की फर्क पैंदा है। उरे आपां नाम दिता क्योंकि आपां नीचे आ त्रिकोण लई होई है पहला 1 ते 2 ਇਹਦੀ जगह ਤੇ ਆਪਾਂ लिख ਦਾਂਗੇ कोण 1 बराबर है कोण 2 एकांतर कोण। ਤਾਂ ਹੁਣ ਆਪਣੇ ਕੋਲ ਕੀ ਹੋ ਗਿਆ देखो BCAD ਦੇ ਬਰਾबर ਹੋ ਗਿਆ ਆ ਆਪਾਂ ਸਾਂਝਾ ਲੈ ਲਿਆ ਆ ਕੋਣ ਬਰਾबर ਕਰਤੇ ਤਾਂ ਜਦੋਂ ਤਿਕੋਣਾ ਸਰਵੰਗਸਮ ਹੋ ਜਾਣਗੀਆਂ ਉਹ ਕਿਹੜੇ ਸਿਧਾਂਤ ਨਾਲ ਹੋ ਜਾਣਗੀਆਂ SAS ਦੇ ਨਾਲ। ਤਾਂ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਕਰ ਸਕਦੇ ਹੋ ਤੁਹਾਡੇ ਦੇ ਕਿਉਂਕਿ ਪੇਪਰ ਦੇ ਵਿੱਚ ਸਿਧਾਂਤ ਨਹੀਂ ਆਂਦਾ ਇੱਕ ਸਿਰਫ ਤੁਹਾਡੀ ਨੌਲੇਜ ਵਾਸਤੇ ਆਪਾਂ ਕੀ ਕਰਨਾ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਹੁਣ एक क्वेश्चन हो रहा है अपने कोले डायग्राम आपां नूं दित्ती हुई है एक चित्र दे विच AC बराबर AE AB बराबर AD अते कोण BAD बराबर है कोण EAC। सिद्ध करो BC बराबर है DE। ये तो आपां नूं स्टेटमेंट दी हुई है तो डायग्राम की है अपने कोले इस अकॉर्डिंग आपां नूं चतुर्भुज बनी हुई है ठीक। AB DCE आपां नूं की दिता होया है AC ते AE AB ते AD कोण BAD बराबर कोण EAC। ਇੱਥੇ ਤਿੰਨ ਸ਼ਰਤਾਂ ਦਿੱਤੀਆਂ ਹੁਣ ਤੱਕ ਆਪਾਂ ਜਿੰਨੀ ਵੀ ਗੱਲ ਕੀਤੀ ਹੋਈ ਹੈ ਆਪਾਂ ਦੋ ਸ਼ਰਤਾਂ ਦੀ ਗੱਲ ਕੀਤੀ ਹੋਈ ਹੈ ਤਾਂ ਉਹਨੇ ਤਿੰਨ ਦਿੱਤੀਆਂ ਇਹਦਾ ਮਤਲਬ ਇੱਕ ਸ਼ਰਤ ਇੱਥੇ ਐਡਜਸਟ ਹੋਊਗੀ। ਐਡਜਸਟ ਦਾ ਮਤਲਬ ਉਹ ਕੁਛ ਨਾ ਕੁਛ ਪਲੱਸ ਹੋਊਗਾ ਕੁਛ ਨਾ ਕੁਛ ਮਾਈਨਸ ਹੋਊਗਾ ਜਾਂ ਕੁਛ ਨਾ ਕੁਛ ਉਹਦੇ ਵਿੱਚ ਕੁਛ ਐਡਜਸਟਮੈਂਟ ਹੋਣੀ ਹੈ ਆਪਾਂ ਦੇਖਦੇ ਹਾਂ। ਹੁਣ ਇੱਕ ਭੁਜਾ ਇਹ ਇੱਕ ਭੁਜਾ ਇਹ ਇੱਕ ਇਹਦੀ ਤਾਂ ਤਿਕੋਣ ਦੇਖੋ ਕਿਹੜੀ ਬਣ ਰਹੀ ਹੈ ਇੱਕ ਆਪਾਂ ਸਿੱਧ ਕਰਨਾ ਹੈ BC। ਤੁਹਾਨੂੰ ਇਹ ਚੀਜ਼ਾਂ ਦੱਸਣਗੇ ਕਿਹੜੀ ਤਿਕੋਣ ਲੈਣੀ ਹੈ BC ਬਰਾबर है DE। ਤਾਂ ਦੇਖੋ ਕਿਹੜੀ ਕਿਹੜੀ ਤਿਕੋਣ ਬਣ ਗਈ ਇੱਕ ਤਾਂ ਬਣ ਗਈ ਆਪਣੇ ਕੋਲੇ ਆਹ ABC ਜਿਹਦੇ ਵਿੱਚ ਇੱਕ ਆ ਹਿੱਸਾ ਹੈ ਇਹ ਆਪਾਂ ਸਿੱਧ ਕਰਨਾ ਹੈ ਤੇ ਇੱਕ ਕੋਣ ਦੇ ਰੱਖਿਆ ਇੱਥੇ ਹੈ ਨਾ। ਦੂਜੀ ਆਪਣੇ ਕੋਲੇ ਹੈਗੀ ਹੈ AED ਆ ਦੇ ਰੱਖਿਆ ਤੇ ਆਪਾਂ ਸਿੱਧ ਕੀ ਕਰਨਾ ਹੈ BC ਤੇ DE ਨੂੰ। ਇੱਥੇ ਮੈਂ ਡਾਟ ਲਾਤਾ ਇੱਕ ਆ ਕੋਣ ਹੈ ਤਾਂ ਫਿਰ त्रिकोण ABC ਅਤੇ त्रिकोण ADE ਵਿੱਚ ਕਿਹੜੇ ਕਿਹੜੇ ਕੰਪਲੀਟ ਹਿੱਸੇ ਪਏ ਨੇ। ਸਿੰਗਲ AC ਬਰਾबर है AE ਦੂਜਾ AB ਬਰਾबर है AD ਪਰ ਜਿਹੜਾ ਕੋਣ ਦਿੱਤਾ ਹੋਇਆ ਨਾ ਇਹ ਕੋਣ ਅੱਧਾ ਹੈ ਆ ਦੇਖੋ ਕੱਲਾ ਹਿੱਸਾ ਹੈ ਪਰ ਆਪਾਂ ਨੂੰ ਪੂਰਾ ਕੋਣ ਚਾਹੀਦਾ ਤੇ ਖਾਸੀਅਤ ਜਿਹੜਾ ਇਹ ਕੋਣ ਹੈ ਇਹ ਦੋਹਾਂ ਦੇ ਵਿੱਚ ਸਾਂਝਾ ਪਿਆ ਦੇਖੋ ਧਿਆਨ ਨਾਲ ਜੇ ਆ ਇੱਕ ਹੈ ਆ ਦੋ ਹੈ ਇਹਨੂੰ ਮੈਂ 3 ਦੇਤਾ ਹੁਣ 1 ਬਰਾबर है 2 ਦੋਹਾਂ ਪਾਸੇ ਆਪਾਂ ਬਰਾਬਰ ਕੋਣ ਜੋੜ ਸਕਦੇ ਆ ਆ 1 ਹੋ ਗਿਆ ਆ 3 ਤੇ ਜਦੋਂ ਬਰਾਬਰ ਕੋਣ ਜੋੜਤਾ ਕੀ ਬਣ ਗਿਆ ਆਪਣੇ ਕੋਲੇ ਦੇਖੋ ਧਿਆਨ ਨਾਲ 1 ਤੇ 3 ਨੂੰ ਜੋੜਿਆ ਕੋਣ BAC ਉਹਨੂੰ ਜੋੜਿਆ ਕੋਣ DAE ਤਾਂ ਤਿਕੋਣਾ ਹੋ ਗਈਆਂ सर्वांग सम। अगर तिकोना सर्वांग सम हो गया SAS नाल हो गया अपने को सर्वांग सम देखो तो यदा मतलब BC की दे बराबर आ गया DE दे बराबर आ गया CPCT। तो दोस्तों ये सी अपने को तिकोण दा पहला मापदंड दे सवाल SAS। थैंक यू।